ਤਾਂ ਪੰਜਾਬੀ ਸਿੰਗਰ ਮਨਕਿਰਤ ਔਲਖ ਦਾ ਪੁਰਾਣਾ ਨਾਤਾ ਰਿਹਾ ਵਿਵਾਦਾਂ ਦੇ ਨਾਲ ਇੱਕ ਵਾਰ ਫੇਰ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਦੱਸ ਦਈਏ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਵੀ ਨਾਮ ਆ ਰਿਹਾ ਸੀ, ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ, ਪਰ ਉਸ ਤੋਂ ਬਾਅਦ ਜੇ ਦੇਖੀਏ ਤਾਂ ਇੰਸਟਾਗ੍ਰਾਮ ਦੇ ਉੱਤੇ ਵਿੱਕੀ ਮਿੱਡੂ ਖੇੜਾ ਦੇ ਜਨਮ ਦਿਨ ਤੇ 27 ਜੁਲਾਈ ਨੂੰ ਇੱਕ ਸਟੋਰੀ ਪਾਉਂਦੇ ਨੇ, ਬਹੁਤ ਜ਼ਿਆਦਾ ਟ੍ਰੋਲ ਕੀਤਾ ਜਾਂਦਾ ਹੈ। ਤਾਂ ਇੱਕ ਵਾਰ ਫੇਰ ਉਹਨਾਂ ਦਾ ਜਿਹੜਾ ਗਾਣਾ ਹੈ 8 ਰਫਲਾਂ, ਉਸ ਦੇ ਵਿੱਚ ਵਕੀਲਾਂ ਦੇ ਲਈ ਅਪਮਾਨਜਨਕ ਸ਼ਬਦ ਵਰਤੇ ਗਏ ਨੇ, ਜਿਸ ਨੂੰ ਲੈ ਕੇ ਜੇ ਕਹੀਏ ਤਾਂ ਇੱਕ ਪਟੀਸ਼ਨ ਦਾਇਰ ਕੀਤੀ ਗਈ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਐਡਵੋਕੇਟ ਸੁਨੀਲ ਜੀ। ਸੁਨੀਲ ਜੀ, ਪੂਰੀ ਜਾਣਕਾਰੀ ਚਾਹਾਂਗੇ ਤੁਹਾਡੇ ਕੋਲੋਂ। ਤੁਸੀਂ ਉਸ ਗਾਣੇ ਨੂੰ ਲੈ ਕੇ ਪਟੀਸ਼ਨ ਜਿਹੜੀ ਹੈ ਦਾਇਰ ਕੀਤੀ, ਕੀ ਮਾਮਲਾ? ਮਾਮਲਾ ਇਹ ਹੈ ਕਿ ਇਹਨਾਂ ਨੇ ਕੋਈ ਸਾਲ ਡੇਢ ਸਾਲ ਪਹਿਲਾਂ ਇੱਕ ਗਾਣਾ ਕੱਢਿਆ ਸੀ ਜਿਹਦਾ ਨਾਮ ਹੈ 8 ਰਫਲਾਂ। ਔਰ ਉਸ 8 ਰਫਲਾਂ ਦੇ ਗਾਣੇ 'ਚ ਇਹਨਾਂ ਨੇ ਵਕੀਲ ਦੀ ਕਮਿਊਨਿਟੀ ਦੇ ਉੱਤੇ ਕਾਫੀ ਗੰਦ ਬੋਲਿਆ ਔਰ ਕਾਫੀ ਨੈਗੇਟਿਵ ਗੱਲਾਂ ਕੀਤੀਆਂ। ਉਹਨੂੰ ਲੈ ਕੇ 15 ਮਈ 2021 ਨੂੰ ਮੈਂ ਨੋਟਿਸ ਪਾਇਆ ਸੀ। ਮੈਂ ਕਿਹਾ ਸ਼ਾਇਦ ਸਮਝ ਜਾਣ, ਅਕਲ ਆ ਜੇ, ਨਹੀਂ ਆਈ। ਇੱਕ ਜਵਾਬ ਭੇਜਿਆ ਬੜਾ ਵੇਗ ਜਿਹਾ, ਫਿਰ ਅਸੀਂ ਉਸ ਤੋਂ ਬਾਅਦ ਰਿਮਾਈਂਡਰ ਭੇਜਿਆ, ਕੋਈ ਜਵਾਬ ਨਹੀਂ ਆਇਆ। ਸੋ ਫਿਰ ਉਸ ਤੋਂ ਬਾਅਦ ਇਹਨਾਂ ਤੇ ਹੁਣ ਕੇਸ ਕਰ ਦਿੱਤਾ ਗਿਆ ਔਰ ਇਸ ਕੇਸ ਦੇ ਉੱਤੇ ਹੁਣ ਸੁਣਵਾਈ ਹੈ, ਉਹ 8-9 ਤਰੀਕ ਪੈ ਗਈ ਹੈ। ਕੇਸ ਐਡਮਿਟ ਹੋ ਗਿਆ, ਨੋਟਿਸ ਹੋ ਗਿਆ ਦੂਜੀ ਪਾਰਟੀ ਨੂੰ। ਗਾਣੇ ਦੇ ਬੋਲ ਕਿਹੜੇ ਨੇ ਜਿਹੜਾ ਚ ਤੁਹਾਨੂੰ ਲੱਗਿਆ ਕਿ ਹਾਂ ਇਹ ਬਿਲਕੁਲ ਸਿੱਧੇ ਤੌਰ ਤੇ ਅਟੈਕ ਕੀਤਾ ਗਿਆ ਵਕੀਲ ਕਮਿਊਨਿਟੀ? ਪਹਿਲਾਂ ਤੇ ਉਹ ਗੁਰਲੇਜ ਅਖਤਰ ਬੋਲਦੀ ਹੈ ਜੀ ਚੱਕੀ ਉਹ ਵਕੀਲ ਫਿਰਦੇ, ਇਹ ਵੀ ਆਬਜੈਕਸ਼ਨੇਬਲ ਲਾਈਨ ਹੈ। ਫਿਰ ਅੱਗੋਂ ਕਹਿੰਦੀ ਹੈ, ਅੱਗੋਂ ਜਵਾਬ ਦਿੰਦਾ ਮਨਕਿਰੋ ਸੋਹਣੀ ਉਹ ਤਾਂ ਰਫਲ ਦੇ ਖੋਖੇ। ਹੁਣ ਰਫਲ ਦੇ ਖੋਖੇ ਹੀ ਆ ਤੇ ਫਿਰ ਮੁੱਲ ਪਾਉਂਦੇ ਆ ਵੀ ਰਫਲ ਦੇ ਖੋਖੇ ਕਿਸ ਭਾਅ ਵਿਕਦੇ ਤੈਨੂੰ। ਸੋ ਲਾਤਾ ਕੇਸ ਔਰ ਉਹਦੇ 'ਚ ਜੋ ਮੰਗ ਕਰਨੀ ਸੀ ਕੀਤੀ ਹੈ ਤੇ ਕਰਨਾ ਪਏਗਾ ਕੁਛ ਨਾ ਕੁਛ। ਇਹਨਾਂ ਨੂੰ ਸਮਝ ਆ ਜਾਏਗੀ, ਜਲਦੀ ਸਮਝ ਆ ਜਾਏਗੀ। ਕਿਵੇਂ ਦੇਖਦੇ ਹੋ ਅੱਜ ਦੀ ਪੰਜਾਬੀ ਗਾਇਕੀ ਦੀ ਜੇ ਗੱਲ ਕਰੀਏ, ਗਾਇਕੀ ਦੇ ਵਿੱਚ ਸਵਾਏ ਹਥਿਆਰਾਂ ਤੋਂ, ਸਵਾਏ ਨਸ਼ੇ ਤੋਂ ਪ੍ਰਮੋਟ ਕਰਨ ਦੇ ਵਿੱਚ ਬਹੁਤੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਹੀਂ। ਹਾਲਾਂਕਿ ਪੰਜਾਬ ਦੀ ਵਿਰਾਸਤ ਨੂੰ ਬੜਾ ਅਮੀਰ ਸਮਝਿਆ ਜਾਂਦਾ, ਪਰ ਉਹ ਵਿਰਸਾ ਕਿਤੇ ਨਾ ਕਿਤੇ ਅਲੋਪ ਹੋ ਗਿਆ। ਹਾਲਾਂਕਿ ਸਿਰਫ ਤੇ ਸਿਰਫ ਗਾਣਿਆਂ ਦੇ ਵਿੱਚ ਹਥਿਆਰ ਤੇ ਨਸ਼ੇ ਹੀ ਪ੍ਰਮੋਟ ਹੁੰਦੇ ਨੇ। ਨੰਗਾਪਨ ਵੀ ਹੈ ਬਿਲਕੁਲ, ਤੇ ਗੰਦੀ ਸ਼ਬਦਾਵਲੀ ਵੀ ਹੈ। ਸੋ ਇਹ 4-5 ਚੀਜ਼ਾਂ ਦੇ ਉੱਤੇ ਮਾਨਯੋਗ ਹਾਈ ਕੋਰਟ ਨੇ 2016 'ਚ ਇੱਕ ਆਰਡਰ ਪਾਸ ਕੀਤਾ ਹੈ, ਉਹਦੀ ਕਾਪੀ ਮੇਰੇ ਕੋਲ ਹੈ। ਉਹਨੂੰ ਲੈ ਕੇ ਸਭ ਤੋਂ ਪਹਿਲਾਂ ਤੇ ਜਿਹੜੀ ਮਿਨਿਸਟਰੀ ਆਫ ਬ੍ਰੌਡਕਾਸਟ ਹੋ ਗਈ ਜਾਂ ਜਿਹੜੀ ਆਪਣੀ DPRO ਡਿਪਾਰਟਮੈਂਟ ਹੋ ਗਿਆ, ਫਿਰ ਇਨਫੋਰਮੇਸ਼ਨ ਐਂਡ ਕਲਚਰ ਹੋ ਗਿਆ, ਮਾਨਯੋਗ CM ਨੂੰ ਮੈਂ ਉਹਦੀ ਪਹਿਲਾਂ ਤੇ ਚਿੱਠੀ ਲਿਖਣ ਲੱਗਾ ਕਿ ਉਹਨੂੰ ਇੰਪਲੀਮੈਂਟ ਕਰੋ ਇਮੀਡੀਏਟਲੀ। ਉਹਦੇ ਵਿੱਚ ਇਹ ਚੀਜ਼ਾਂ ਬੈਨ ਕਰੋ ਔਰ ਇੱਕ ਸੈਂਸਰ ਬੋਰਡ ਦਾ ਨਿਰਮਾਣ ਕਰੋ। ਤਾਂ ਸੈਂਸਰ ਬੋਰਡ ਤੋਂ ਪਾਸ ਹੋਣ ਤੋਂ ਬਾਅਦ ਇਹ ਚੀਜ਼ਾਂ ਬਾਹਰ ਆਉਣਗੀਆਂ। ਨੰਬਰ 1, ਜਿੰਨੇ ਵੀ ਸੋਸ਼ਲ ਮੀਡੀਆ ਚੈਨਲ ਹੈ ਉਹਨਾਂ ਦੇ ਉੱਤੇ ਵੀ ਰਿਸਟ੍ਰਿਕਸ਼ਨ ਦੇ ਜਿਹੜੇ ਵਰਡਸ ਨੇ ਉਹ ਦਿੱਤੇ ਜਾਣ ਤਾਂ ਕਿ ਉਹ ਰਿਸਟ੍ਰਿਕਸ਼ਨ ਆਵੇ ਤੇ ਉਹ ਰਿਸਟ੍ਰਿਕਸ਼ਨ ਦੇ ਉੱਤੇ ਉਹਨੂੰ ਰੋਕਿਆ ਜਾਵੇ। ਤੇ ਤੀਸਰੀ ਚੀਜ਼ ਉਹਦੇ ਤੇ ਫਿਰ PIL ਪਾਈ ਜਾਏਗੀ। ਜੇ ਸਟੇਟ ਉਸ ਗੱਲ ਨੂੰ ਨਹੀਂ ਮੰਨੇਗੀ, ਉਸ ਨੋਟਿਸ ਨੂੰ ਨਹੀਂ ਮੰਨੇਗੀ, ਤੇ ਡੈਫੀਨੇਟਲੀ ਸਟੇਟ ਦੇ ਖਿਲਾਫ ਵੀ ਕੰਟੈਂਪਟ ਪਟੀਸ਼ਨ ਪਾਈ ਜਾਏਗੀ। ਔਰ ਜਿੰਨੇ ਵੀ ਇਹ ਸੋ ਕਾਲਡ ਲੰਡੂ ਗਾਇਕ, ਮੈਂ ਕਹਿੰਦਾ ਇਹਨਾਂ ਨੂੰ, ਜਿਹੜੇ ਆਪਣੇ ਪੈਸਿਆਂ ਲਈ ਨਾ ਧਰਮ ਦਾ, ਨਾ ਕਮਿਊਨਿਟੀ ਦਾ, ਨਾ ਕਿਸੇ ਚੀਜ਼ ਦਾ ਵੀ ਧਿਆਨ ਨਹੀਂ ਰੱਖਦੇ, ਜਿਹੜੇ ਕਿ ਸਾਡੇ ਯੂਥ ਨੂੰ ਵਿਗਾੜਨ ਵਾਲੇ ਪਾਸੇ ਲੱਗੇ ਨੇ, ਸੋ ਉਹਨਾਂ ਨੂੰ ਮੁਸ਼ਕਿਲਾਂ ਵਧਣਗੀਆਂ, ਉਹਨਾਂ ਦੀਆਂ ਘਟਦੀਆਂ ਨਹੀਂ। ਕਿਉਂਕਿ ਮੈਂ ਜਿੱਦੀ ਜਿਹਾ ਬੰਦਾ, ਮੈਂ ਨਹੀਂ ਮੰਨਦਾ ਛੇਤੀ। ਮੈਨੂੰ ਮਨਾਉਣ ਵਾਲੀ ਇੱਕੋ ਹੀ ਸੀ ਮੇਰੀ ਮਾਂ, ਉਹ ਵਿਚਾਰੀ ਚਲ ਗਈ ਦੁਨੀਆ 'ਚੋਂ। ਤੇ ਹੁਣ ਮੈਂ ਮੰਨਾਂਗਾ ਇੱਕੋ ਸ਼ਰਤ ਹੈ ਕਿ ਜਾਂ ਤਾਂ ਪਬਲਿਕਲੀ ਮਾਫੀ ਮੰਗੇ ਕੋਈ, ਔਰ ਅੱਗੋਂ ਨਾ ਕਰਨ ਦਾ ਐਫੀਡੇਵਿਟ ਦੇਵੇ, ਔਰ ਕੋਰਟ 'ਚ ਫੈਸਲਾ ਲਵਾਂਗਾ ਉਹਦੇ ਕੋਲੋਂ। ਨਹੀਂ ਤਾਂ ਜੇ ਲੜਾਈ ਜਿੰਨੀ ਮਰਜ਼ੀ ਲੰਬੀ ਲੜਨੀ ਪਏ ਲੜਾਂਗਾ ਜੀ। ਮੈਂ ਆਪਣੇ ਸਿਰ ਤੇ ਕੇਸ ਕੀਤਾ, ਮੈਂ ਤਾਂ ਕੋਈ ਪਟੀਸ਼ਨਰ ਵੀ ਨਹੀਂ ਬਣਾਇਆ। ਸੁਨੀਲ ਮੱਲਣ ਖੁਦ ਪਟੀਸ਼ਨਰ ਹੈ ਇਸ ਕੇਸ 'ਚ। ਸੋ ਇਸ ਕਰਕੇ ਮੈਨੂੰ ਇਹ ਵੀ ਡਰ ਨਹੀਂ ਕਿ ਜਿਹੜਾ ਮੇਰਾ ਪਟੀਸ਼ਨਰ ਉਹ ਵਿਕ ਨਾ ਜਾਵੇ ਕਿਤੇ। ਸੋ ਇਸ ਕਰਕੇ ਸੁਨੀਲ ਮੱਲਣ ਵਿਕਾਊ ਤੇ ਹੈ ਨਹੀਂ। ਜੋ ਫੈਸਲਾ ਹੋਏਗਾ ਪਬਲਿਕ ਦੇ ਸਾਹਮਣੇ ਹੋਏਗਾ, ਪਬਲਿਕ ਦੀ ਰਜਾਮੰਦੀ ਨਾਲ ਹੋਏਗਾ। ਮੇਰਾ ਇਕੱਲੇ ਦਾ ਨਹੀਂ ਹੈ, ਮੇਰੀ ਕਮਿਊਨਿਟੀ ਦਾ ਫੈਸਲਾ। ਮੇਰੀ ਕਮਿਊਨਿਟੀ ਕਹੇਗੀ ਰਾਜੀਨਾਮਾ ਕਰਨਾ ਮੈਂ ਕਰੂੰਗਾ, ਮੇਰੀ ਕਮਿਊਨਿਟੀ ਕਹੇਗੀ ਨਹੀਂ ਕਰਨਾ ਮੈਂ ਨਹੀਂ ਕਰਨਾ। ਨੋ ਡਾਊਟ ਸ਼ੁਰੂਆਤ ਮੈਂ ਕੀਤੀ ਹੈ, ਫਾਇਰ ਮੇਰੇ ਤੋਂ ਸ਼ੁਰੂ ਹੋਈ ਹੈ, ਔਰ ਇਹ ਫਾਇਰ ਮੇਰੀ ਕਮਿਊਨਿਟੀ ਦੀ ਰਜਾਮੰਦੀ ਨਾਲ ਹੀ ਇਹਨੂੰ ਕਲੋਜ਼ ਕੀਤਾ ਜਾਏਗਾ। ਕੀ ਸੋਚਦੇ ਇਸ ਚੀਜ਼ ਬਾਰੇ? ਜੇ ਸਿੰਗਰਸ ਜੇ ਉਹਨਾਂ ਦੇ ਹਵਾਲੇ ਤੋਂ ਗੱਲ ਕੀਤੀ ਜਾਏ, ਉਹ ਕਹਿੰਦੇ ਸਾਡੀ ਬੜੀ ਕਹਿ ਲਓ ਕਰੋੜਾਂ ਦੇ ਵਿੱਚ, ਮਿਲੀਅਨ ਦੇ ਵਿੱਚ ਫੈਨ ਫੋਲੋਇੰਗ ਹੈਗੀ ਹੈ, ਤਾਂ ਉਹ ਲੋਕ ਜਦੋਂ ਸੁਣਨ ਦੇ ਚਾਹਵਾਨ ਨੇ, ਇਹੋ ਜਿਹਾ ਮਿਊਜ਼ਿਕ, ਇਹੋ ਜਿਹੀ ਸ਼ਬਦਾਵਲੀ ਸੁਣਨ ਦੇ ਚਾਹਵਾਨ ਨੇ, ਤਾਂ ਕਰਕੇ ਅਸੀਂ ਉਹ ਚੀਜ਼ਾਂ ਪਰੋਸਦੇ ਹਾਂ। ਦੂਜੇ ਪਾਸੇ ਇੱਕ ਕਿੱਸਾ ਇਹ ਵੀ ਹੁੰਦਾ ਵੀ ਜਿਨ੍ਹਾਂ ਲੋਕਾਂ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਫੋਲੋ ਕਰਦੇ ਨੇ, ਉਹਨਾਂ ਦੀਆਂ ਸਮਾਜ ਦੇ ਪ੍ਰਤੀ ਕੁਝ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਕਿ ਅਸੀਂ ਸਮਾਜ ਨੂੰ ਦੇਣਾ ਕੀ ਹੈ। ਕਿਹੜਾ ਪੱਖ ਦੇ ਵਿੱਚ ਤੁਹਾਨੂੰ ਜ਼ਿਆਦਾ ਵੇਟੇਜ ਲੱਗਦੀ ਹੈ? ਲੋਕਾਂ ਨੂੰ ਤੇ ਨੰਗੇ ਹੋ ਕੇ ਫੋਟੋ ਵੇਖਣ ਦਾ ਬੜਾ ਸ਼ੌਂਕ ਹੈ, ਲਾਈਏ ਕੱਪੜੇ ਹੋਣੇ। ਇਹ ਤੇ ਮੇਰੀ ਫਰਜ਼ ਕੀ ਹੈ, ਮੇਰੀ ਕਮਿਊਨਿਟੀ ਬਾਰੇ, ਮੇਰੇ ਪਰਿਵਾਰ ਬਾਰੇ, ਮੇਰੇ ਲੋਕਾਂ ਬਾਰੇ। ਇਹ ਮੇਰੇ ਲੋਕ ਨੇ ਸਾਰੇ ਪੰਜਾਬ 'ਚ ਜਾਂ ਜਿੱਥੇ ਵੀ ਵਰਲਡ 'ਚ। ਰੱਬ ਨੇ 2 ਹੀ ਜਾਤਾਂ ਬਣਾਈਆਂ, ਇੱਕ ਔਰਤ ਔਰ ਇੱਕ ਮਰਦ,
ਔਰ ਉਹਨਾਂ ਨੂੰ ਵੀ ਇੱਕ ਜਰੀਆ ਦਿੱਤਾ ਹੈ ਪਿਆਰ ਕਰਨ ਦਾ ਔਰ ਆਪਣਾ ਵੰਸ਼ ਅੱਗੇ ਵਧਾਉਣ ਦਾ। ਔਰ ਉਸ ਜ਼ਰੀਏ ਤੋਂ ਬਿਨਾਂ ਤੁਸੀਂ ਅੱਗੇ ਵੱਧ ਨਹੀਂ ਸਕਦੇ। ਕਿਸੇ ਨੂੰ ਆਪਣਾ ਸਰੀਰ ਦੇ ਦੇਣਾ ਆਸਾਨ ਸਮਝਦੇ ਹੋ, ਕਿਸੇ ਨਾਲ ਮੈਂਟਲੀ ਇੰਟੀਮੇਟ ਹੋ ਜਾਣਾ ਨੂੰ ਆਸਾਨ ਸਮਝਦੇ ਹੋ। ਪਰਮਾਤਮਾ ਨੇ ਇੱਕ ਜਰੀਆ ਦਿੱਤਾ ਹੈ ਦੋਨਾਂ ਨੂੰ ਮਿਲਣ ਦਾ। ਜੇ ਤੇ ਉਹ ਸਾਰੀ ਦੁਨੀਆ ਨੂੰ ਪਤਾ, ਮਾਂ ਪਿਓ ਵੀ ਕੁੜੀ ਨੂੰ ਵੀ ਤੋਰਦੇ ਆ, ਮੁੰਡਾ ਵੀ ਘਰ ਲੈ ਕੇ ਆਉਂਦਾ, ਕਿਆ ਉਹ ਫਿਰ ਵਿਹੜੇ 'ਚ ਬਹਿ ਕੇ ਸਾਰਾ ਕੁਝ ਕਰਦੇ ਆ? ਉਹਦੇ 'ਚ ਵੀ ਦਰਵਾਜ਼ਾ ਬੰਦ ਕਰਕੇ ਮਰਿਆਦਾ 'ਚ ਸਭ ਕੁਝ ਹੁੰਦਾ। ਇਹੋ ਜਿਹੇ ਲੰਡੂ ਗਾਇਕ ਤੇ ਉਹ ਵੀ ਫਿਰ ਪਬਲਿਕਲੀ ਕਰਨਗੇ ਸਾਰਾ ਕੁਝ। ਸੋ ਨੌਨਸੈਂਸ ਹਰਕਤਾਂ ਬੰਦ ਕਰਨ, ਮਰਿਆਦਾ 'ਚ ਰਹਿ ਕੇ ਕੰਮ ਕਰਨ। ਜੇ ਇਹਨਾਂ ਨੂੰ ਵੇਖਣ ਵਾਲੇ ਸਾਰੇ ਹੀ ਸਿਆਣੇ ਆ ਤੇ ਫਿਰ ਜਿਹੜੇ ਸਵੇਰੇ ਸਾਡੇ ਬਜ਼ੁਰਗ ਗੁਰਬਾਣੀ ਵੇਖਦੇ ਆ, ਕੋਈ ਖਬਰਾਂ ਸੁਣਦਾ, ਉਹ ਇਹਨਾਂ ਦੇ ਇਹਦਾ ਮਤਲਬ ਹੈ ਨਹੀਂ ਕਲਾਇੰਟ। ਜਿਹਨਾਂ ਦਾ ਕਲਾਇੰਟ ਬੇਸ ਲੰਡੂ, ਨਲਾਇਕ, ਖੋਤੇ ਬੰਦੇ ਨੇ ਜਿਹੜੇ ਕਮੈਂਟਾਂ 'ਚ ਵੀ ਗਾਲਾਂ ਲਿਖਦੇ ਨੇ। ਤਰਸ ਆਉਂਦਾ ਉਹਨਾਂ ਦੀ ਮਾਨਸਿਕਤਾ ਤੇ ਮੈਨੂੰ, ਕਿ ਉਹਨਾਂ ਨੂੰ ਆਪਣੀ ਗੱਲ ਵੀ ਨਹੀਂ ਰੱਖਣੀ ਆਉਂਦੀ, ਗਾਲ ਕੱਢਣ ਤੋਂ ਇਲਾਵਾ ਉਹਨਾਂ ਨੂੰ ਆਉਂਦਾ ਹੀ ਕੁਝ ਨਹੀਂ। ਤੇ ਇਹਨਾਂ ਇਹੋ ਜਿਹੇ ਮਾਨਸਿਕ ਤੇ ਕਮਜ਼ੋਰ ਦਿਮਾਗ ਦੇ ਲੋਕਾਂ ਦੇ ਉੱਤੇ ਤਰਸ ਹੀ ਖਾਓਗੇ ਨਾ। ਇਹੋ ਹੀ ਅਰਦਾਸ ਕਰੋਗੇ ਕਿ ਰੱਬਾ ਇਹਨਾਂ ਨੂੰ ਅਕਲ ਦੇ। ਸੋ ਫਰਕ ਨਹੀਂ ਪੈਂਦਾ ਨਾ। ਉਹਨਾਂ ਦੇ ਮਤਲਬ 40 ਲੱਖ ਬੰਦੇ ਫੈਨ ਬਣ ਗਏ ਤੇ ਬਣੇ ਹੋਣਗੇ ਜੀ। ਉਹਨਾਂ ਦਾ ਲੈਵਲ ਵੇਖੋ ਨਾ। ਕਮੈਂਟ ਦੇ ਵਿੱਚ ਜਿਵੇਂ ਹੁਣ ਤੁਸੀਂ ਵੀ ਪਟੀਸ਼ਨ ਦਾਇਰ ਕੀਤੀ ਹੈ ਤਾਂ ਕਮੈਂਟ ਦੇ ਵਿੱਚ ਤੁਹਾਨੂੰ ਵੀ ਵੱਡੀਆਂ ਲਿਖਣੀਆਂ, ਵੱਡੀਆਂ ਲਿਖਣੀਆਂ। ਉਹਨਾਂ ਦੀ ਸੋਚ ਹੈ, ਉਹਨਾਂ ਦੀ ਸੋਚ ਹੈ। ਲਿਖਣ ਦਿਓ, ਮੈਨੂੰ ਉਹਨਾਂ ਤੇ ਤਰਸ ਆਉਂਦਾ ਹੈ, ਲਿਖਣ ਦਿਓ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਾਵਾਂ ਦੇ ਕਹਿਣ ਨਾਲ ਢੋਲ ਪਾੜਦੇ ਨੇ। ਹਾਂ, ਮੇਰੇ ਜੱਜ ਸਾਹਿਬ ਮੇਰੇ ਵੱਲ ਨਜ਼ਰ ਭਰ ਕੇ ਵੀ ਦੇਖ ਲੈਣਗੇ ਨਾ ਤੇ ਮੇਰਾ ਪਾਣੀ ਹੋ ਜਾਣਾ। ਮੇਰਾ ਕੋਈ ਵਕੀਲ ਕਮਿਊਨਿਟੀ ਦਾ ਭਰਾ ਮੇਰੇ ਵੱਲ ਘੂਰ ਕੇ ਵੇਖ ਲਏਗਾ, ਮੈਂ ਪਾਣੀ ਹੋ ਜਾਣਾ। ਜਿਹੜੇ ਬੰਦੇ ਨੂੰ ਆਪਣੀ ਔਕਾਤ ਦਾ ਨਹੀਂ ਪਤਾ, ਉਹ ਮੇਰੇ ਵੱਲ ਵੇਖ ਕੇ ਮੇਰੇ ਵੱਲ ਗਾਲਾਂ ਵੀ ਕੱਢੇ, ਮੈਨੂੰ ਫਰਕ ਹੀ ਨਹੀਂ ਪੈਂਦਾ। ਮਤਲਬ ਗਲੀ 'ਚ ਤੁਰੇ ਜਾਈਏ ਤੇ ਕਈ ਕੁੱਤੇ ਪੈ ਜਾਂਦੇ ਨੇ, ਅਸੀਂ ਧਿਆਨ ਵੀ ਨਹੀਂ ਕਰਦੇ, ਆਪਣੇ ਸਫ਼ਰ ਤੇ ਤੁਰੇ ਰਹਿੰਦੇ ਹਾਂ। ਸੋ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਕਿ ਸਾਹਮਣੇ ਵਾਲਾ ਬੰਦਾ ਕਿੰਨਾ ਪੜ੍ਹਿਆ ਲਿਖਿਆ, ਕਿਸ ਲਹਿਜੇ ਨਾਲ। ਕਿਸੇ ਵੇਲੇ ਤੁਸੀਂ ਕਿਸੇ ਲਹਿਜੇ ਨਾਲ ਵੀ, ਮੈਂ ਤੁਹਾਨੂੰ ਵੀ ਕਹਾਂ ਕਿ ਮੈਡਮ ਤੁਸੀਂ ਇਸ ਗੱਲੋਂ ਮੈਨੂੰ ਤੁਹਾਡੀ ਗੱਲ ਨਹੀਂ ਚੰਗੀ ਲੱਗੀ ਤੇ ਤੁਹਾਡੇ ਦਿਲ ਤੇ ਵੱਜੂਗੀ ਕਿ ਵੱਡੇ ਭਰਾ ਨੇ ਮੈਨੂੰ ਆਹ ਗੱਲ ਕਹੀ ਹੈ ਤੇ ਮੈਂ ਇਹਦੇ ਤੇ ਧਿਆਨ ਅੱਗੇ ਤੋਂ ਰੱਖੂਗੀ। ਮੈਂ ਆਪਣੀ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੈਂ ਸੀਗਾ 6ਵੀਂ 7ਵੀਂ 'ਚ, ਮੇਰੇ ਮਦਰ ਨੇ ਸਲੀਵਲੈਸ ਸੂਟ ਪਾਇਆ। ਉਹ ਮੇਰੇ ਨਾਲ ਕਿਤੇ ਗਏ, ਮੈਂ ਘਰ ਆ ਕੇ ਮੰਮੀ ਨੂੰ ਕਿਹਾ, ਮੈਂ ਕਿਹਾ ਮੰਮੀ ਤੁਸੀਂ ਆਹ ਜਿਹੜਾ ਪਾਇਆ ਨਾ ਮੈਨੂੰ ਚੰਗਾ ਨਹੀਂ ਲੱਗਾ। ਮੇਰੀ ਮਦਰ ਨੇ ਮੇਰੇ ਜਿੰਦਿਆਂ ਜੀ ਸਲੀਵਲੈਸ ਸੂਟ ਨਹੀਂ ਪਾਇਆ। ਉਹ ਵੀ ਇੱਕ ਲੜਕੀ ਸੀ ਨਾ। ਜੇ ਮੈਂ 6 ਸਾਲ ਦਾ ਹੋਊਗਾ ਜਾਂ 7 ਸਾਲਾਂ ਦਾ ਹੋਊਗਾ ਤੇ ਮੇਰੀ ਮਦਰ ਵੀ ਤੇ ਉਸ ਸਮੇਂ 28-30 ਸਾਲ ਦੇ ਹੋਣਗੇ, ਉਹਨਾਂ ਦੀ ਵੀ ਜਵਾਨੀ ਸੀ। ਤੇ ਮੈਂ ਅਗਲੀ ਗੱਲ ਦੱਸਾਂ, ਮੈਂ ਆਪਣੇ ਮਾਂ-ਪਿਓ ਦੇ ਸਾਹਮਣੇ ਕਦੀ ਸ਼ੇਵ ਨਹੀਂ ਕੀਤੀ, ਕੁੰਡਾ ਲਾ ਕੇ ਕਰਦਾ ਰਿਹਾ ਬਾਥਰੂਮ ਨੂੰ। ਪਰ ਇੱਕ ਮਰਿਆਦਾ ਸੀ ਕਿ ਸ਼ਰਮ ਸੀ। ਮੇਰੀ ਮੰਮੀ ਦੱਸਦੇ ਆ ਕਿ ਅਸੀਂ ਆਪਣੇ ਮਾਂ-ਪਿਓ ਸਾਹਮਣੇ ਕਦੀ ਵਾਲ ਨਹੀਂ ਵਾਹ ਕੇ ਵੇਖੇ। ਸੋ ਅੱਜ ਦਾ ਕਲਚਰ ਤੇ ਉਹ ਮਤਲਬ ਉਹ ਕਲਚਰ 'ਚ ਕੀ ਮਰਿਆਦਾ ਨਹੀਂ ਸੀ ਕਿ ਰਿਸਪੈਕਟ ਨਹੀਂ ਸੀ ਕਿ ਕਿਹੜੀ ਚੀਜ਼ ਘੱਟ ਹੈ। ਸੋ ਇਹ ਚੀਜ਼ਾਂ ਤੇ ਨਿਰਭਰ ਕਰਦਾ ਤੁਹਾਡੇ ਫੈਮਿਲੀ ਨੇ ਤੁਹਾਨੂੰ ਸੰਸਕਾਰ ਕੀ ਦਿੱਤੇ ਨੇ ਔਰ ਤੁਸੀਂ ਉਹਦੀ ਕਿੰਨੀ ਵੈਲਿਊ ਪਾਉਂਦੇ ਹੋ, ਕਿੰਨੀ ਕਦਰ ਕਰਦੇ ਹੋ। ਸੋ ਇਹ ਚੀਜ਼ਾਂ ਇਸ ਕਰਕੇ ਮੈਟਰ ਨਹੀਂ ਕਰਦਾ ਮੈਡਮ। ਗੰਦੇ ਬੰਦਿਆਂ ਨੇ ਗੰਦੇ ਕੰਮ ਕਰਨੇ ਆ, ਚੰਗਿਆਂ ਨੇ ਆਪਣਾ ਕੰਮ ਕਰਨਾ ਹੈ। ਮਤਲਬ ਥਿੰਗਸ ਵਿਲ ਗੋ ਲਾਈਕ ਦਿਸ। ਅਸੀਂ ਚੰਗਿਆਂ ਦੀ ਗੱਲ ਸੁਣਨੀ ਹੈ, ਉਹਦੇ ਤੇ ਅਸਰ ਕਰਨਾ ਔਰ ਉਸ ਚੀਜ਼ ਨੂੰ, ਉਹਦੇ ਕਰਕੇ ਅਸੀਂ ਸ਼ਾਇਦ ਅੱਜ ਇੰਟਰਵਿਊ ਦੇ ਰਹੇ ਹਾਂ ਤੇ ਇਹ ਮੁੱਦਾ ਚੁੱਕਿਆ ਕਿ ਕੋਈ ਤੇ ਨਕੇਲ ਪਾਏਗਾ ਨਾ। ਇਹ ਦੋ ਬੰਦਿਆਂ ਨੂੰ ਪਈ ਹੈ, ਕੁਛ ਤੇ ਫਰਕ ਪਏਗਾ, ਅੱਗੋਂ ਹੋਰ ਪਏਗੀ, ਅੱਗੋਂ ਹੋਰ ਪਏਗੀ। ਜਿੱਦਾਂ ਪਰਮਾਤਮਾ ਤਾਕਤ ਦਿੰਦਾ ਰਹੇਗਾ, ਲੜਾਈ ਲੜਦੇ ਰਹਾਂਗੇ। ਪਰਮਾਤਮਾ ਨੇ ਇਹ ਦਸਵੰਧ ਮੇਰੇ ਜਿੰਮੇ ਲਾਇਆ, ਉਸੇ ਨੇ ਬੁੱਧੀ 'ਚ ਭੇਜਿਆ ਨਾ। ਮੈਨੂੰ ਥੋੜੀ ਅਕਲ ਆਉਣੀ ਸੀ, ਰੱਬ ਨੇ ਕੋਈ ਇਸ਼ਾਰਾ ਭੇਜਿਆ ਤੇ ਅਸੀਂ ਕੰਮ ਸ਼ੁਰੂ ਕਰਤਾ। ਪਰ ਤੁਹਾਡੀ ਇਸੇ ਗੱਲ ਦੇ ਵਿੱਚੋਂ ਖੈਰ ਇਹ ਸਵਾਲ ਬਣਦਾ ਨਹੀਂ ਸੀਗਾ, ਪਰ ਤੁਸੀਂ ਜ਼ਿਕਰ ਕੀਤਾ ਆਪਣੀ ਇੱਕ ਵਾਕਿਆ ਤੁਸੀਂ ਸੁਣਾਇਆ ਕਿ ਤੁਹਾਡੀ ਮਦਰ ਨੇ ਸਲੀਵਲੈਸ ਸੂਟ ਪਾਇਆ ਸੀਗਾ ਤਾਂ ਤੁਸੀਂ ਉਹਨਾਂ ਨੂੰ ਮਨਾ ਕੀਤਾ। ਸ਼ਾਇਦ ਤੁਹਾਨੂੰ ਸਮਾਜਿਕ ਮਰਿਆਦਾ, ਪਰ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਇੰਡੀਵਿਜੂਅਲ ਟੂ ਇੰਡੀਵਿਜੂਅਲ ਵੈਰੀ ਕਰਦੀਆਂ, ਜਾਂ ਤੁਹਾਨੂੰ ਲੱਗਦਾ ਕਿ ਇਹ ਦਾਇਰਾ ਐ ਹੋਣਾ ਚਾਹੀਦਾ ਕਿ ਔਰਤ ਨੇ ਕੀ ਪਹਿਨਣਾ ਜਾਂ ਕੀ ਨਹੀਂ ਪਹਿਨਣਾ, ਇਹ ਲੋਕ ਕਿਵੇਂ ਦੇਖਦੇ ਨੇ ਜਾਂ ਫਿਰ ਉਹ ਡਿਸਾਈਡ ਕਰੂਗਾ ਕਿ ਪਾਣਾ ਕਿਹਨੇ ਕੀ ਹੈ? ਦੇਖੋ, ਮੈਂ ਤਾਂ ਕਹਿੰਦਾ ਵੀ ਜਿਹੜਾ ਮੇਰਾ ਭਾਰਤ ਦਾ ਪੁਰਾਣਾ ਕਲਚਰ ਹੈ, ਆਰਿਆ ਕਲਚਰ ਜਿਹਨੂੰ ਕਹਿੰਦੇ ਆ, ਉੱਥੇ ਲੇਡੀਜ਼ ਸਿਰਫ ਤੇ ਬੰਦੇ ਸਿਰਫ ਇੱਥੇ ਪੱਤੇ ਬਣਦੇ ਸੀ, ਤਨ ਦੇ ਉੱਪਰ ਕੋਈ ਕੱਪੜਾ ਨਹੀਂ ਸੀ। ਜਦੋਂ ਮੁਗਲਾਂ ਨੇ ਰਾਜ ਕੀਤਾ ਉਦੋਂ ਦੁਪੱਟੇ ਦਾ, ਉਦੋਂ ਪਰਦੇ ਦਾ ਰਾਜ ਸ਼ੁਰੂ ਹੋਇਆ। ਆਪਣੀਆਂ ਔਰਤਾਂ ਨੂੰ, ਧੀਆਂ ਭੈਣਾਂ ਨੂੰ ਬਚਾਉਣ ਲਈ, ਕਿਉਂਕਿ ਉਹ ਚੁੱਕ ਕੇ ਲੈ ਜਾਂਦੇ ਸੀ। ਪਰਦੇ ਦਾ ਰਿਵਾਜ ਅੱਜ 300-400 ਸਾਲ ਪਹਿਲਾਂ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਪਰਦਾ ਨਹੀਂ ਸੀ। ਸਾਡਾ ਕਲਚਰ ਇੰਨਾ ਰਿਚ ਸੀ। ਅੱਜ ਵੀ ਜੇ ਮੈਂ ਕਿਸੇ ਹਿੰਦੂ ਮੰਦਿਰ 'ਚ ਜਾਣਾ, ਸਿਰ ਤੇ ਇੱਕ ਧਾਗਾ ਮੌਲੀ ਦਾ ਇੰਨਾ ਰੱਖ ਕੇ, ਉਹ ਕਲਚਰ ਮੰਨਿਆ ਜਾਂਦਾ ਕਿ ਮੈਂ ਸਿਰ ਕੱਜ ਲਿਆ। ਉਹ ਭਾਵਨਾ ਹੈ। ਸੋ ਫਿਰ ਮੈਂ ਕਹਿੰਦਾ, ਵੇਖਣ ਵਾਲਿਆਂ ਦੀਆਂ ਨਜ਼ਰਾਂ ਜਿਹੜੀਆਂ ਇੰਨੀਆਂ ਗੰਦੀਆਂ ਹੁੰਦੀਆਂ ਕਿ ਸਾਨੂੰ ਉਹਨੂੰ ਵੇਖ ਕੇ ਲੱਗਦਾ ਕਿ ਸਾਡੀ ਜਿਹੜੀ ਧੀ ਭੈਣ ਮਾਂ ਜੋ ਵੀ ਸਾਡੇ ਨਾਲ ਚੱਲੀ ਹੈ, ਅੱਜ ਇਹ ਵੀ ਚੱਲਣ ਲੱਗੀ ਸੀ ਮੇਰੇ ਨਾਲ। ਮੈਂ ਵੀ ਇਹਨੂੰ ਕਿਸੇ ਗੱਲੋਂ ਟੋਕਿਆ, ਮੈਂ ਕਿਹਾ ਪੁੱਤਰ ਇੰਜ ਨਹੀਂ, ਇੰਜ ਕਰਨਾ। ਕਹਿੰਦੀ ਸਰ ਆਹ ਪ੍ਰੋਬਲਮ ਸਾਨੂੰ, ਚਾਹੇ ਮੈਂ ਇੱਕ ਔਰਤ ਆ, ਇਹ ਵੀ ਕੁੜੀਆਂ ਨੇ, ਕੀ ਲੱਗਦਾ ਕਿ ਸਾਨੂੰ ਉਹ ਸੋਚ ਕੇ ਪਾਣਾ ਚਾਹੀਦਾ ਕਿ ਸਾਹਮਣੇ ਵਾਲਾ ਸਹੀ ਨਿਗਾਹ ਨਾਲ ਦੇਖੇ, ਜਾਂ ਫਿਰ ਨਿਗਾਹ ਸਹੀ ਹੋਣੀ ਚਾਹੀਦੀ ਸਾਹਮਣੇ ਵਾਲੇ ਦੀ? ਹੋਣੀ ਤੇ ਨਿਗਾਹ ਹੀ ਸਹੀ ਚਾਹੀਦੀ ਹੈ, ਪਰ ਕਹਿੰਦੇ ਨਾ ਧਰਤੀ ਸਾਰੀ ਗਰਮ ਹੈ, ਚੱਪਲਾਂ ਪਾ ਲਓ ਚੰਗੇ ਰਹੋਗੇ।
ਧਰਤੀ ਨੂੰ ਕਿੱਥੇ ਕਿੱਥੇ ਠੰਡਾ ਕਰਦੇ ਫਿਰੋਗੇ। ਇਸ ਕਰਕੇ ਗੰਦਗੀ ਤੋਂ ਬਚਣਾ ਆਪਾਂ ਜੇ ਕੰਟਰਾਵਰਸੀ 'ਚ ਵੜ ਗਏ, ਅਸੀਂ ਉਹਨਾਂ ਨੂੰ ਸੁਧਾਰਨ 'ਚ ਲੱਗੇ, ਉਹ ਨਹੀਂ ਸੁਧਰਨਗੇ, ਅਸੀਂ ਜ਼ਰੂਰ ਵਿਗੜ ਜਾਾਂਗੇ। ਇਸ ਕਰਕੇ ਉਹਨੂੰ ਇਗਨੋਰ ਕਰਨ ਦਾ ਤਰੀਕਾ ਕਿ ਪੈਰੀ ਚੱਪਲਾਂ ਪਾ ਲਓ ਤੇ ਚੁੱਪਚਾਪ ਆਪਣਾ ਸਫ਼ਰ ਤੈਅ ਕਰ ਜਾਓ ਔਰ ਆਪਣੇ ਆਪ ਨੂੰ ਬਚਾ ਲਓ। ਇਸ ਤੋਂ ਪਹਿਲਾਂ ਕਿ ਕੋਈ ਤੰਦ ਕੱਸੇ ਉਹਦੇ ਵੱਲ ਅਸੀਂ ਗੁੱਸਾ ਕਰੀਏ, ਮੈਂ ਰਿਵਾਲਵਰ ਕੱਢ ਕੇ ਉਧਰ ਗੋਲੀ ਤਾਨਾ ਆਵੇ, ਉੜ ਕੇ ਗੋਲੀ ਚੱਲ ਜੇ, ਫਿਰ 302 ਚੱਲ ਜੇ, ਬਸ ਇਹ ਕੁਛ ਡਰਾਮੇ ਚੱਲਦੇ ਰਹਿਣਗੇ। ਸੋ ਉਹਨਾਂ ਨੂੰ ਅਵੋਇਡ ਕਰਨ ਲਈ ਆਪਾਂ ਇਹ ਚਾਹੁੰਦੇ ਹਾਂ। ਅਸੀਂ ਵੀ ਘਰੋਂ ਆਉਂਦੇ ਹਾਂ, ਘਜੇ ਢੱਕੇ ਆਉਂਦੇ ਹਾਂ ਨਾ, ਮੈਂ ਵੀ ਇੱਥੇ ਤੱਕ ਬਟਨ ਖੋਲ ਸਕਦਾ, ਮੈਨੂੰ ਆਉਂਦੇ ਖੋਲਨੇ, ਗਰਮੀ ਲੱਗੀ, ਕਮੀਜ਼ ਮੇਰੀ ਗਿੱਲੀ ਹੋਈ ਪਈ ਹੈ, ਪਰ ਨਹੀਂ, ਘਰ ਜਾ ਕੇ ਮੈਂ ਬਨੈਣ 'ਚ ਹੀ ਬਹਿਣਾ। ਬੱਚਿਆਂ ਨੂੰ ਵੀ ਅਲਾਉਡ ਹੈ, ਨਿੱਕਰਾਂ ਪਾਓ ਯਾਰ, ਕੋਈ ਟੈਨਸ਼ਨ ਨਹੀਂ, ਆਪਾਂ ਘਰ 'ਚ ਬੈਠੇ ਹਾਂ। ਜਿਸ ਵੀ ਡਰੈਸ 'ਚ ਤੁਸੀਂ ਕੰਫਰਟੇਬਲ ਹੋ, ਘਰੇ ਬੈਠੋ। ਇਹ ਬੱਚੇ ਮੇਰੇ ਕੋਲ ਸਿੱਖਣ ਆਏ ਕੰਮ, ਪਰ ਬਿਲਕੁਲ ਫੈਮਿਲੀ ਵਾਂਗੂ ਆਪਾਂ ਘਰ ਇਕੱਠੇ ਰਹਿੰਦੇ ਹਾਂ, ਇਕੱਠੇ ਖਾਣੇ ਪੀਣੇ ਬਹਿੰਦੇ ਹਾਂ। ਪਰ ਜਦੋਂ ਕੋਈ ਤੀਸਰਾ ਆਉਂਦਾ ਤਾਂ ਡੈਫੀਨੇਟਲੀ ਉਹਦੀ ਨਜ਼ਰ ਵੇਖਣੀ ਵੀ ਜ਼ਰੂਰੀ ਹੈ। ਨੋ ਡਾਊਟ ਜਿਹੜਾ ਮੇਰੇ ਦਫ਼ਤਰ ਆਏਗਾ ਤੇ ਮੈਂ ਤੇ ਕੰਨ ਤੇ ਮਾਰ ਦਿੰਦਾ ਵੀ ਕਾਕਾ ਕਿੱਧਰ, ਇੱਧਰ ਧਿਆਨ ਕਰ। ਸੋ ਇਹੋ ਜਿਹਾ ਕੋਈ ਆਉਂਦਾ ਹੀ ਨਹੀਂ। ਤਾਂ ਮੁੜ ਮੁੱਦੇ ਤੇ ਆਉਂਦੇ ਆ, ਇਸ ਪਟੀਸ਼ਨ ਦੇ ਵਿੱਚ ਹੋਰ ਕਿਹੜੇ ਨਾਮ ਇਨਕਲੂਡ? ਨਾਮ ਤੇ ਆਲਮੋਸਟ ਸਾਰੇ ਹੀ ਕਰ ਦਿੱਤੇ ਜੀ ਇਨਕਲੂਡ, ਕੋਈ ਵੀ ਨਹੀਂ ਮੈਂ ਛੱਡਿਆ। ਜਿੰਨੇ ਵੀ ਕਰੂ ਮੈਂਬਰ ਨੇ, ਜਿੰਨੇ ਲਿਖਿਆ, ਜਿੰਨੇ ਬੋਲਿਆ, ਇਹ ਦਿਖਾਈ ਦਿੰਨੇ ਆਪਾਂ। ਸੋ ਮਨਕੀਰਤ ਔਲਖ 1 ਨੰਬਰ ਤੇ ਆ ਜੀ, ਫਤਿਆਬਾਦ ਦਾ ਰਹਿਣ ਵਾਲਾ, ਉਹਦਾ ਫੋਨ ਨੰਬਰ ਨੇ। ਆ ਗੁਰਲੇਜ ਅਖਤਰ ਆ ਗਈ, ਕੋ ਸਿੰਗਰ। ਸ਼੍ਰੀ ਬਰਾੜ ਆ ਗਿਆ ਜੀ, ਜਿਹਨੂੰ ਪਵਨਦੀਪ ਸਿੰਘ ਕਹਿੰਦੇ ਆ, ਜਿਹਨੇ ਗਾਣਾ ਲਿਖਿਆ ਸੀ। ਐਵੀ ਸਰਾ ਆ ਗਿਆ ਜੀ। ਤੇ ਉਸ ਤੋਂ ਬਾਅਦ ਡਾਇਰੈਕਟਰ ਮਾਹੀ ਸੰਧੂ ਤੇ ਜੋਬਨ ਸੰਧੂ, ਗਿੰਨੀ ਕਪੂਰ, ਫਿਰ ਜਗਜੀਤ ਸਿੰਘ ਧਨੋਆ ਐਡੀਟਰ ਹੈ, ਤੇਜਵੀਰ ਸਿੰਘ ਬਾਵਾ ਹੈ, ਖੁਸ਼ਹਾਲ ਨਈਅਰ ਹੈ, ਪੋਸਟਰ ਗੈਰੀ ਨਵਾਬ ਹੈ, ਅੱਗੋਂ YouTube Instagram ਸਪੋਟੀਫਾਈ ਗਾਣਾ ਤੇ ਅਨਨੇਮਡ ਕਰੂ ਮੈਂਬਰ ਹੈ। ਆਹ ਧਾਰਾ ਲਿਖੀਆਂ ਜੀ ਸਾਰੀਆਂ, ਜਿਸ ਧਾਰਾ 'ਚ ਅਸੀਂ ਇਹਨਾਂ ਦੇ ਉੱਤੇ ਕੇਸ ਮੰਗਿਆ ਵੀ ਹੋਣਾ ਚਾਹੀਦਾ। ਸੋ ਅਲੱਗ-ਅਲੱਗ ਇਹਦੇ 'ਚ ਗੁਰਲੇਜ ਅਖਤਰ ਗਾਣਾ ਗਾਉਂਦੀ ਹੈ, ਚੱਕੀ ਉਹ ਵਕੀਲ ਫਿਰਦੇ, ਉਹਦਾ ਮੀਨਿੰਗ ਲਿਖਿਆ, ਉਹ ਤਾਂ ਸੋਹਣੀਏ ਰਫਲ ਦੇ ਖੋਖੇ। ਇਹ ਸਾਰੀਆਂ ਗੱਲਾਂ ਦਾ ਮਤਲਬ ਲਿਖ ਕੇ ਦੱਸਿਆ ਵੀ ਇਹ ਸੈਕਸ਼ਨ ਅਟਰੈਕਟ ਕਰਦਾ, ਐਸ ਪਲੇਟਫਾਰਮ ਤੇ ਗਾਣਾ ਪਿਆ। ਸੋ ਇਹਦੇ ਬਾਰੇ ਸਾਰਾ ਕੁਝ ਦਾ ਜ਼ਿਕਰ ਕੀਤਾ। ਆਰਮਜ਼ ਐਕਟ ਨੂੰ ਜਿਹਨੂੰ ਪ੍ਰਮੋਟ ਕੀਤਾ, ਸੈਕਸ਼ਨ 5 ਤੇ ਸੈਕਸ਼ਨ 27 ਦੀ ਵਾਇਲੇਸ਼ਨ ਹੈ। ਕਿਸੇ ਵੀ, ਮੇਰੇ ਕੋਲ ਵੀ ਗਨ ਹੈ ਜੀ, ਤੇ ਮੈਂ ਪਬਲਿਕਲੀ ਲੈ ਕੇ ਨਹੀਂ ਤੁਰਿਆ ਫਿਰਦਾ, ਉਹਨੂੰ ਢੱਕ ਕੇ ਰੱਖਣਾ ਮੇਰੇ ਐਕਟ 'ਚ ਲਿਖਿਆ ਕਿ ਜੇ ਮੇਰੇ ਕੋਲ ਹਥਿਆਰ ਹੈ, ਮੈਂ ਆਪਣੀ ਸੇਫਟੀ ਲਈ ਲਿਆ ਤੇ ਮੈਂ ਉਹਨੂੰ ਢੱਕ ਕੇ ਰੱਖਾਂ, ਤੇ ਮੈਂ ਇੱਥੇ ਲੁਕਾ ਕੇ ਅੰਦਰਲੇ ਪਾਸੇ ਲਾਉਣਾ। ਅਦਾਲਤ ਜਾਣ ਲੱਗਿਆ ਮੈਂ ਉਹਨੂੰ ਟਿਕਾਣੇ ਰੱਖ ਕੇ ਜਾਣਾ, ਜਿੱਥੇ ਵੀ ਰੱਖ ਕੇ ਜਾਣਾ, ਜਿੱਥੇ ਵੀ ਮੈਂ ਟਿਕਾਣਾ ਬਣਾਇਆ। ਸੋ ਇਟ ਮੀਨਸ ਕਿ ਇਹ ਨਹੀਂ ਕਿ ਮੇਰੇ ਕੋਲ ਜੇ ਲਾਇਸੈਂਸੀ ਹੈ ਜਾਂ ਦੂਜਾ ਤੇ ਮੈਂ ਲੈ ਕੇ ਤੇ ਸ਼ਰੇਆਮ ਇੱਥੇ ਗੋਲੀਆਂ ਚਲਾਉਂਦਾ ਫਿਰਾਂ। ਉਹਦਾ ਤਾਂ ਵੀ ਇੱਕ ਮਰਿਆਦਾ ਹੈ, ਉਹਦਾ ਮੈਂ ਨਹੀਂ ਪਾਲਣ ਕਰੂੰਗਾ ਤੇ ਆਈ ਵਿਲ ਫੇਸ ਦਾ ਕਨਸੀਕੁਐਂਸਿਸ। ਇੱਕ ਆਖਰੀ ਸਵਾਲ, ਕਈ ਵਾਰ ਜਦੋਂ ਸਿੰਗਰਾਂ ਨੂੰ ਸਵਾਲ ਕੀਤਾ ਜਾਂਦਾ, ਉਹ ਕਹਿੰਦੇ ਜੇ ਅਸੀਂ ਚੰਗੇ ਸਮਾਜਿਕ ਗਾਣੇ ਸਮਾਜ ਨੂੰ ਦਿੰਦੇ ਆ, ਕਹਿੰਦੇ ਨਾ ਤਾਂ ਉਹਦੇ ਤੇ ਵਿਊਜ਼ ਆਉਂਦੇ, ਨਾ ਉਹਨਾਂ ਨੂੰ ਕੋਈ ਸੁਣਦਾ, ਤੇ ਨਾ ਸਾਨੂੰ ਕਮਾਈ ਹੁੰਦੀ ਆ। ਕੀ ਲੱਗਦਾ ਫਿਰ, ਕੀ ਉਹਨਾਂ ਨੂੰ ਲੱਗਦਾ ਕਿ ਕੋਈ ਅਲਟਰਨੇਟਿਵ ਹੈ ਨਹੀਂ? ਕਮਾਈ ਕਰਨ ਲਈ ਆਪਣਾ ਘਰ-ਬਾਰ ਵੇਚ ਲਓ, ਨੰਗੇ ਹੋ ਜਾਓ। ਫਿਰ ਜੇ ਸਿਰਫ ਕਮਾਈ ਤੁਹਾਡਾ ਮੁੱਦਾ, ਤੁਸੀਂ ਦੇਖੋ ਨਾ, ਸਾਹਮਣੇ ਅੱਜ ਮੈਂ ਕਿਸੇ ਪਾਰਟੀ ਤੇ ਜਾਵਾਂ ਤੇ ਸਾਹਮਣੇ ਸ਼ਰਬਤ ਹੋਵੇ, ਚੰਗੇ ਰਸ ਹੋਣ, ਸ਼ਰਾਬ ਹੋਵੇ ਹੀ ਨਾ, ਤੇ ਉਸ ਇਲਾਕੇ 'ਚ ਜਿਹਨਾਂ ਸ਼ਰਾਬ ਮਿਲਦੀ ਹੋਵੇ, ਮੈਂ ਕਿੱਥੋਂ ਪੀਊਂਗਾ? ਆਪਸ਼ਨ ਇਜ਼ ਰੀਜ਼ਨ ਆਫ ਡਿਵੋਰਸ। ਜਦੋਂ ਹਸਬੈਂਡ ਵਾਈਫ 'ਚ ਵੀ ਕੋਈ ਤੀਜੀ ਆਪਸ਼ਨ ਆ ਜਾਂਦੀ ਨਾ, ਤਲਾਕ ਉਦੋਂ ਹੁੰਦਾ। ਇਹ ਲੋਕ ਗੰਦੀ ਗਾਣੇ ਦੀ ਆਪਸ਼ਨ ਦਿੰਦੇ ਕਿਉਂ ਨੇ? ਇਹ ਤੇ ਉਹ ਗੱਲ ਹੋ ਗਈ ਕਿ ਮੁਰਗੀ ਪਹਿਲਾਂ ਕਿ ਆਂਡਾ ਪਹਿਲਾਂ। ਇਸੇ ਲੜਾਈ ਨੂੰ ਲੜਦੇ ਰਹੋ, ਆਪਣੇ ਲਾਲਚ ਨੂੰ ਵਿੱਚੋਂ ਗਾਇਬ ਕਰ ਲਓ। ਤੁਸੀਂ ਇਹ ਗਾਣਾ ਹੀ ਨਾ ਕੱਢੋ। ਹੁਣ ਇਹ ਚੀਜ਼ਾਂ ਆ ਜਾਣੀਆਂ ਆਉਣ ਵਾਲੇ ਟਾਈਮ ਤੇ। ਜਿੰਨੇ ਇਹ ਗਾਣਾ ਕੱਢਿਆ ਉਹ ਵਕਤ 'ਚ ਫੜਿਆ ਜਾਏਗਾ ਤੇ ਆਪਣੇ ਆਪ ਗਾਣੇ ਕੱਢਣੇ ਬੰਦ ਹੋ ਜਾਣਗੇ। ਇਸ ਵੇਲੇ ਗਾਣਾ ਵੀ ਜਿਹੜਾ ਬੈਨ ਹੋਇਆ, ਪਰ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਜਿਹੜੇ ਨੇ, ਉਹਨਾਂ ਨੇ ਕਹਿ ਲਓ ਯੂਥ ਅਕਾਲੀ ਦਲ ਜਿੰਨਾ ਵੀ ਸੀਗਾ, ਉਹਨਾਂ ਨੇ ਗਾਇਆ ਵੀ, ਸੁਖਬੀਰ ਸਿੰਘ ਬਾਦਲ ਨੇ ਆਪ ਵੀ ਗਾਇਆ, ਤੇ ਹੋਰ ਟਰੈਕਟਰਾਂ ਦੇ ਉੱਤੇ ਉਹਨਾਂ ਨੇ ਟਰੈਕਟਰ ਮਾਰਚ ਵੀ ਕੱਢਿਆ। ਬੈਨ ਹੋਣ ਦੇ ਬਾਵਜੂਦ ਵੀ ਗਾਣਾ ਚੱਲ ਰਿਹਾ ਸੀਗਾ, ਤਾਂ ਕੀ ਇਹੋ ਬਦਕਿਸਮਤੀ ਹੈ ਸਾਡੀ। ਦੇਖੋ, ਕੋਈ ਵੀ ਗਾਣਾ, ਕੋਈ ਵੀ ਪਿਕਚਰ, ਕੋਈ ਵੀ ਆਡੀਓ, ਕੋਈ ਵੀਡੀਓ, ਕੋਈ ਡਾਕੂਮੈਂਟਰੀ ਬਣਾਈ ਜਾਵੇ ਤੇ ਪਬਲਿਕ ਨੂੰ ਚੰਗਾ ਮੈਸੇਜ ਦੇਣ ਲਈ ਬਣਾਈ ਜਾਵੇ, ਔਰ ਚੰਗਿਆਈ ਨੂੰ ਪ੍ਰਮੋਟ ਕਰਨ ਲਈ ਬਣਾਈ ਜਾਵੇ, ਨਾ ਕਿ ਗੰਦਗੀ ਨੂੰ ਪ੍ਰਮੋਟ ਕਰਨ ਲਈ ਬਣਾਈ ਜਾਵੇ। ਜੇ ਕਿਸੇ ਨੇ ਬਣਾਈ ਹੈ ਤੇ ਬੜੀ ਕਮਜ਼ੋਰ ਮਾਨਸਿਕਤਾ ਕਵਾਂਗਾ, ਕਮਜ਼ੋਰ ਗੱਲਾਂ ਕਵਾਂਗਾ। ਡਾਕੂਮੈਂਟਰੀ ਫਿਲਮ ਬਣੀ ਹੈ ਮੇਰੇ ਤੇ, ਵਰਲਡ ਬੈਂਕ ਨੇ ਬਣਵਾਈ ਹੈ। ਦੱਸੇ ਸੁਖਬੀਰ ਬਾਦਲ ਤੇ ਬਣੀ ਹੈ। ਵਰਲਡ ਬੈਂਕ ਨੇ ਡਾਕੂਮੈਂਟਰੀ ਫਿਲਮ ਟਰਾਈ ਸਿਟੀ 'ਚ ਮੈਂ ਕੋਈ ਕੰਮ ਕੀਤਾ ਸੀ, ਉੱਥੇ ਬਣੀ ਹੈ ਮੇਰੇ ਤੇ। ਸੋ ਚੰਗਾ ਕੰਮ ਕਰੋ ਨਾ। ਤੇ 7 ਮਿੰਟ ਦੀ ਬਣੀ ਹੈ, 70 ਮਿੰਟ ਦੀ ਬਣੀ ਹੈ, ਮੈਨੂੰ ਉਹ ਤੋਂ ਪੈਸੇ ਆਉਂਦੇ ਆ ਜਾਂ ਨਹੀਂ ਆਉਂਦੇ, ਮੈਨੂੰ ਕੀ ਫਰਕ ਪੈਂਦਾ ਪਿਆ? ਪਰ ਜੇ ਮੈਂ ਚੰਗਾ ਕੰਮ ਕੀਤਾ ਤਾਂ ਕੀ ਪਤਾ ਕਿੱਥੇ ਕਿੱਥੇ ਵਾਇਰਲ ਹੋ ਰਹੀ ਹੋਏਗੀ, ਕਿੱਥੇ ਕਿੱਥੇ ਉਹਨੂੰ ਸ਼ੋਕੇਸ ਕੀਤਾ ਜਾਂਦਾ ਹੋਏਗਾ। ਮੈਂ ਇੰਡੀਆ ਕੰਟਰੀ ਨੂੰ ਰੀਪ੍ਰੈਜ਼ੈਂਟ ਕੀਤਾ 5 ਮੁਲਕਾਂ ਦੇ ਸਾਹਮਣੇ ਐਨਰਜੀ ਸਮਿਟ ਵਿੱਚ, ਪੋਸੀਬਿਲਿਟੀਜ਼ ਦੱਸੀਆਂ, ਔਰ ਕਈ ਸਾਰੇ ਮੁੱਦੇ ਇਸ ਤੋਂ ਇਲਾਵਾ ਸਤਲੁਜ ਦਰਿਆ ਨੂੰ ਸਾਫ਼ ਕਰਨ ਦਾ ਮੁੱਦਾ ਚੁੱਕਿਆ, ਹੋਰ ਕਈ ਸਾਰੇ ਇਹੋ ਜਿਹੇ ਮੁੱਦੇ ਚੁੱਕੇ ਆ ਜਿਨ੍ਹਾਂ ਦੇ ਉੱਤੇ ਮੈਂ ਇਕੱਲਾ ਹੀ ਲੜਨ ਵਾਲਾ, ਲੜਦਾ ਪਿਆ। ਜਿੰਨੀ ਕਿ ਮੇਰੀ ਕਪੈਸਿਟੀ ਹੈ, ਜਿੰਨਾ ਮੇਰਾ ਜ਼ੋਰ ਹੈ,
ਜਿੰਨੀ ਮੇਰੀ ਤਾਕਤ ਹੈ, ਜਿੰਨੀ ਮੇਰੀ એનર્ਜੀ ਹੈ, ਦਿਨ ਦੇ ਉਹੀ 24 ਘੰਟੇ ਨੇ ਮੇਰੇ ਕੋਲ ਵੀ। ਰਾਤ ਵੀ 3:15 ਵਜੇ ਸੁੱਤਾ ਮੈਸੇਜ ਪਾਉਣ ਤੋਂ ਬਾਅਦ ਕੰਮ ਮੁਕਾ ਕੇ ਤੇ ਸਵੇਰੇ 6 ਵਜੇ ਫਿਰ ਕੰਮ ਤੇ ਆ, ਤੁਹਾਡੇ ਸਾਹਮਣੇ ਇੱਥੇ ਬੈਠੇ ਆ ਜੀ। ਬਹੁਤ ਬਹੁਤ ਸ਼ੁਕਰੀਆ ਸਰ। ਤਾਂ ਤਮਾਮ ਜੇ ਗੱਲਬਾਤ ਕਰੀਏ ਪੂਰੇ ਮਾਮਲਾਤ ਦੇ ਵਿੱਚ ਵਿਵਾਦਾਂ ਦੇ ਵਿੱਚ ਘਿਰੇ ਨੇ ਮਨਕੀਰਤ ਤੌਲਕ ਇੱਕ ਵਾਰ ਫਿਰ, ਪਰ ਹੁਣ ਅੱਗੇ ਮੁਸ਼ਕਲਾਂ ਜਿਹੜੀਆਂ ਨੇ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ। ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਮਨਕੀਰਤ ਤੌਲਕ ਜਿਹੜੇ ਨੇ ਮੁਲਕ ਛੱਡ ਕੇ ਕੈਨੇਡਾ ਜਾ ਚੁੱਕੇ ਨੇ। ਅੱਗੇ ਦੀ ਕੀ ਕਾਰਵਾਈ ਰਹਿੰਦੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਲਿਬਰਲ ਟੀਵੀ ਪੰਜਾਬੀ।